ਸਤਿ ਸ਼੍ਰੀ ਅਕਾਲ ਜੀ। ਜਦੋਂ ਅਕਸਰ ਆਪਾਂ ਕੋਈ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਦੋਂ ਫਿਰ ਇਸ ਚੀਜ਼ ਦਾ ਵੀ ਚਰਚਾ ਹੁੰਦਾ ਕਿ ਇਨਵੈਸਟੀਗੇਸ਼ਨ ਜਿਹੜੀਆਂ ਨੇ ਉਹ ਰੁੜ ਕਿਵੇਂ ਜਾਂਦੀਆਂ ਨੇ, ਉਹ ਅੱਧ ਵਾਟੇ ਕਿਵੇਂ ਰਹਿ ਜਾਂਦੀਆਂ ਨੇ, ਉਹ ਕਿਸੇ ਤਣ ਪੱਤਣ ਕਿਉਂ ਨਹੀਂ ਲੱਗਦੀਆਂ। ਉਹ ਚਾਹੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਚਰਚਿਤ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਘਟਨਾਵਾਂ ਸੀ ਉਹ ਸੀ, ਚਾਹੇ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਉਹ ਸੀ। ਇਹਦੇ ਜੇ ਆਪਾਂ ਇਨਵੈਸਟੀਗੇਸ਼ਨ ਦੀ ਟੋਟਲ ਗੱਲ ਕਰੀਏ ਤੇ ਜਿਹੜਾ ਇੱਕ ਕਮਿਸ਼ਨ ਬਿਠਾਇਆ ਸੀ ਉਹ ਜੋਰਾ ਸਿੰਘ ਕਮਿਸ਼ਨ, ਉਹ ਸਾਬਕਾ ਜਸਟਿਸ ਸਨ। ਉਹਨਾਂ ਨੇ ਕਿੰਨਾ ਇਨਸਾਫ ਕੀਤਾ ਆਪਣੀ ਇਨਵੈਸਟੀਗੇਸ਼ਨ ਦੇ ਨਾਲ, ਜਿਹੜਾ ਕਮਿਸ਼ਨ ਦੇ ਨਾਲ, ਉਹ ਤਾਂ ਪਤਾ ਲੱਗਦਾ ਜੇ ਉਹ ਅਦਾਲਤ ਦੇ ਵਿੱਚ ਜਾਂਦਾ ਮਾਮਲਾ। ਉਹਨਾਂ ਦੀ ਰਿਪੋਰਟ ਲੈਣ ਤੋਂ ਹੀ ਉਦੋਂ ਦੇ ਹਾਕਮਾਂ ਨੇ ਨਾ ਕਰ ਦਿੱਤੀ ਸੀਗੀ, ਔਰ ਇਹ ਕਿਹਾ ਜਾਂਦਾ ਕਿ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਬਾਹਰ ਬਿਠਾ ਕੇ ਇਹ ਕਹਿਤਾ ਕਿ ਜਿਹੜਾ ਪੀਐਨ ਆ ਉਹਨੂੰ ਉਹ ਰਿਪੋਰਟ ਫੜਾ ਜਾਣ। ਕਿਉਂ? ਕਿਉਂਕਿ ਜਿਹੜਾ ਕੋਈ ਵੀ ਹਾਕਮ ਹੈ ਉਹਨੂੰ ਇਹ ਲੱਗਦਾ ਕਿ ਜੇ ਮੇਰੇ ਅਗੇਂਸਟ ਕੋਈ ਚੀਜ਼ ਜਾਊਗੀ ਤਾਂ ਫਿਰ ਉਹ ਕਿਸੇ ਨਾ ਕਿਸੇ ਵਿੰਗੇ ਟੇਢੇ ਤਰੀਕੇ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰੂਗਾ। ਹਾਲਾਂਕਿ ਬਣਾਇਆ ਵੀ ਉਹਨਾਂ ਨਹੀਂ ਸੀਗਾ। ਉਸ ਤੋਂ ਬਾਅਦ ਆ ਜੋ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਉਹ ਬਣਦਾ, ਉਹਨਾਂ ਨੇ ਇਮਾਨਦਾਰੀ ਦੇ ਨਾਲ ਜਿਹੜਾ ਕੰਮ ਉਹ ਕੀਤਾ। ਉਹ ਰਿਪੋਰਟ ਅੱਜ ਵੀ ਪਈ ਜੋਰਾ ਸਿੰਘ ਕਮਿਸ਼ਨ ਵਾਲੀ ਵੀ ਆ, ਅੱਧ ਪਚੱਦੀ। ਉਹ ਤੋਂ ਪਿੱਛੇ ਇੱਕ ਵਾਰੀ ਜੇ ਹੋਰ ਚੱਲ ਜਾਓ, ਉਹ 1986 ਦੇ ਵਿੱਚ ਨਕੋਦਰ ਦੇ ਵਿੱਚ ਇੱਕ ਕਾਂਡ ਵਾਪਰਦਾ। ਉਹ ਵੀ ਠੀਕ ਉਸੇ ਤਰੀਕੇ ਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਬੇਅਦਬੀ ਦੇ ਵਿਰੋਧ ਕਰਨ ਦੇ ਵਾਸਤੇ ਲੋਕ ਜਾਂਦੇ ਨੇ ਤੇ ਉੱਥੇ ਪੁਲਿਸ ਦੀ ਗੋਲੀ ਦੇ ਨਾਲ 4 ਨੌਜਵਾਨ ਜਿਹੜੇ ਉਹ ਜਾਨ ਤੋਂ ਹੱਥ ਧੋ ਬੈਂਦੇ ਆ। ਉਹਦੇ ਵਾਸਤੇ ਵੀ ਕਮਿਸ਼ਨ ਬਣਦਾ ਜਸਟਿਸ ਗੁਰਨਾਮ ਸਿੰਘ ਹੋਰਾਂ ਵਾਲਾ। ਤੇ ਤੁਸੀਂ ਹੈਰਾਨ ਹੋਵੋਗੇ ਉਹਦੀ ਜਿਹੜੀ ਰਿਪੋਰਟ ਹੈ ਉਹ ਗਵਾਚ ਜਾਂਦੀ ਹੈ। ਇਸ ਵੇਲੇ ਅੱਧੀ ਅਵੇਲੇਬਲ ਹੈ। ਉਹ ਵਿਧਾਨ ਸਭਾ ਦੇ ਵਿੱਚ ਆਉਂਦੀ ਆ ਪਰ ਕਿਸੇ ਤਣ ਪੱਤਣ ਨਹੀਂ ਲਾਈ ਜਾਂਦੀ। ਜਿਹੜੇ ਵਾਰਸ ਨੇ ਉਹਨਾਂ ਦੇ ਜਿੰਨੇ ਕੁ ਅੱਜ ਲੜ ਸਕਦੇ ਨੇ ਉਹ ਲੜਨ ਦੀ ਕੋਸ਼ਿਸ਼ ਦੇ ਵਿੱਚ ਨੇ, ਪਰ ਬਹੁਤ ਲੇਟ ਹੋ ਗਿਆ ਨਾ। ਜਿਹੜੇ ਉਦੋਂ ਅਫਸਰ ਸੀਗੇ ਉਹ ਅੱਜ ਕਿੱਥੇ ਨੇ? ਜਿਹੜੇ ਸਮੇਂ ਦੇ ਅਫਸਰ ਹੁੰਦੇ ਨੇ ਜਵਾਬਦੇਹੀ ਉਹਨਾਂ ਦੀ ਹੁੰਦੀ ਹੈ ਨਾ। ਤੇ ਉਦੋਂ ਜਿਹੜੇ ਅਫਸਰ ਸਨ, ਦਰਬਾਰਾ ਸਿੰਘ ਗੁਰੂ ਹਰੀ ਐਡੀਸ਼ਨਲ ਡਿਪਟੀ ਕਮਿਸ਼ਨਰ ਸਨ ਜਲੰਧਰ ਦੇ, ਅੱਜ ਉਹ ਇੱਕ ਸਿਆਸੀ ਪਾਰਟੀ ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਬੈਠੇ ਨੇ। ਦੂਸਰੇ ਉਸ ਵੇਲੇ ਉੱਥੋਂ ਦੇ ਜਿਹੜੇ ਪੁਲਿਸ ਆਫੀਸਰ ਸਨ ਉਹ ਮੁਹੰਮਦ ਇਜ਼ਹਾਰ ਆਲਮ ਸਨ, ਉਹ ਵੀ ਉਸੇ ਹੀ ਸਿਆਸੀ ਪਾਰਟੀ ਦੇ ਵਿੱਚ ਇੱਕ ਵੱਡੇ ਅਹੁਦੇ ਦੇ ਉੱਤੇ ਬੈਠੇ ਨੇ। ਕੱਲ ਮੈਂ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਤੱਕ ਲਿਆਂਦੀ ਸੀ। ਉਸ ਤੋਂ ਬਾਅਦ ਐਸਆਈਟੀ ਬਣਦੀ ਆ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ। ਉਸ ਐਸਆਈਟੀ ਨੂੰ ਕਿਵੇਂ ਤਾਰਪੀਡੋ ਕੀਤਾ ਜਾਂਦਾ, ਕਿਵੇਂ ਜਿਹੜੇ ਆਫੀਸਰ ਨੇ ਉਹ ਕੁਝ ਚੁੱਪ ਕਰਵਾ ਦਿੱਤੇ ਜਾਂਦੇ ਆ ਜਾਂ ਉਹਦੇ ਵਿੱਚ ਉਹ ਪਾਰਟਿਸਿਪੇਟ ਨਹੀਂ ਕਰਦੇ, ਫਿਰ ਲੈ ਦੇ ਕੇ ਇੱਕ ਅਫਸਰ ਦੇ ਉੱਤੇ ਜਿਹੜੀ ਇਹ ਸਾਰਾ ਜਿਹੜੀ ਜਾਂਚ ਹੈ ਐਸਆਈਟੀ ਆ ਉਹ ਕੇਂਦਰਿਤ ਹੋ ਕੇ ਰਹਿ ਜਾਂਦੀ ਹੈ। ਉਦੋਂ ਕਿਸੇ ਨੂੰ ਕੋਈ ਉਹਨੂੰ ਛੇੜਿਆ ਨਹੀਂ ਜਾਂਦਾ। ਉਦੋਂ ਕੋਈ ਇਹ ਆਵਾਜ਼ ਨਹੀਂ ਚੁੱਕਦਾ ਕਿ ਇੱਕ ਆਫੀਸਰ ਹੀ ਕਿਉਂ ਇਹਦੀ ਇਨਵੈਸਟੀਗੇਸ਼ਨ ਕਰ ਰਿਹਾ, ਬਾਕੀ ਆਫੀਸਰ ਉਹਦੇ ਵਿੱਚ ਉਹਦਾ ਸਾਥ ਕਿਉਂ ਨਹੀਂ ਦੇ ਰਹੇ, ਉਹਦੇ ਵਿੱਚ ਪਾਰਟਿਸਿਪੇਟ ਕਿਉਂ ਨਹੀਂ ਕਰ ਰਹੇ, ਉਹ ਸਾਈਨ ਕਿਉਂ ਨਹੀਂ ਕਰ ਰਹੇ। ਬਾਰ-ਬਾਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਜਾਂਦਾ ਕਿਉਂਕਿ ਇਹਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਏ ਸੀ ਉਹਨਾਂ ਦੀਆਂ ਜ਼ਮਾਨਤਾਂ ਦਾ ਮਾਮਲਾ, ਹੇਠਲੀ ਅਦਾਲਤ, ਉੱਪਰਲੀ ਅਦਾਲਤ, ਉਦੋਂ ਕਿਤੇ ਕੋਈ ਛੇੜਛਾੜ ਨਹੀਂ ਕੀਤੀ ਜਾਂਦੀ, ਕੋਈ ਬੋਲਦਾ ਨਹੀਂ। ਜਦੋਂ ਐਨ ਅਖੀਰ ਦੇ ਉੱਤੇ ਆ ਜਾਂਦਾ, ਇੱਕ 10ਵਾਂ ਚਲਾਨ ਪੇਸ਼ ਹੋਣਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਕੀ ਹੁੰਦਾ ਉਹ ਸਭ ਨੂੰ ਪਤਾ। ਉਹ ਆਫੀਸਰ ਦੇ ਉੱਤੇ ਜਿਸ ਕਿਸਮ ਦੇ ਦੋਸ਼ ਲੱਗਦੇ ਨੇ ਉਹ ਵੀ ਸਭ ਨੂੰ ਪਤਾ। ਅੱਜ ਐਸਆਈਟੀ ਨਵੀਂ ਬਣੀ ਹੋਈ ਹੈ, ਇਸ ਕਰਕੇ ਚਲੋ ਲੋਕਾਂ ਦੀ ਆਸ ਇਹ ਆ ਕਿ ਸ਼ਾਇਦ ਉਸ ਐਸਆਈਟੀ ਤੋਂ ਕੁਝ ਬਣ ਜੇ। ਆਫੀਸਰ ਉਹਦੇ ਵਿੱਚ ਵੀ ਇਮਾਨਦਾਰ ਨੇ। ਐਲਕੇ ਯਾਦਵ ਹੋਰੀ ਬੇਹੱਦ ਇਮਾਨਦਾਰ ਆਫੀਸਰ ਗਿਣੇ ਜਾਂਦੇ ਨੇ ਪੰਜਾਬ ਪੁਲਿਸ ਦੇ ਵਿੱਚ। ਕੀ ਹੁੰਦਾ ਕੱਲ ਨੂੰ, ਉਹ ਕਿੰਨੀ ਇਹਦੀ ਇਨਵੈਸਟੀਗੇਸ਼ਨ ਕਰ ਸਕਦੇ ਆ, ਇਹ ਨਿਰਭਰ ਕਰਦਾ ਸਰਕਾਰਾਂ ਦੇ ਉੱਤੇ, ਸਿਆਸੀ ਪਾਰਟੀਆਂ ਦੇ ਉੱਤੇ ਕਿ ਉਸ ਇਨਵੈਸਟੀਗੇਸ਼ਨ ਨੂੰ ਕਿੰਨਾ ਵਰਤਣਾ ਚਾਹੁਣਗੇ।
ਤੇ ਇੱਥੇ ਵਰਤਿਆ ਜਾਂਦਾ ਆਪਣੇ ਵਿਰੋਧੀਆਂ ਦੇ ਵਾਸਤੇ, ਜਾਂ ਜਦੋਂ ਸਮਾਂ ਲੱਗੇ ਵਿਰੋਧੀ ਨੂੰ ਠਿੱਠ ਕਰਨ ਦੇ ਵਾਸਤੇ ਜਾਂ ਵਿਰੋਧੀ ਵਿਚਾਰਾਂ ਵਾਲੇ ਨੂੰ ਉਹਨੂੰ ਹੇਠਾਂ ਲਾਉਣ ਦੇ ਵਾਸਤੇ ਉਹਦੇ ਉੱਤੇ ਮਾਮਲੇ ਜਿਹੜੇ ਉਹ ਦਰਜ ਕੀਤੇ ਜਾਂਦੇ ਆ। ਇਹ ਇੱਥੋਂ ਦਾ ਇੱਕ ਸਿਸਟਮ ਦਾ ਪਾਰਟ ਜਿਹੜਾ ਉਹ ਹੋ ਗਿਆ ਕਿ ਜਦੋਂ ਕਿਸੇ ਨੂੰ ਚੁੱਪ ਕਰਾਉਣਾ ਫਿਰ ਉਹਦੇ ਉੱਤੇ ਕੋਈ ਨਾ ਕੋਈ ਮਾਮਲਾ ਉਹਦਾ ਪੁਰਾਣਾ ਕੱਢ ਲਓ, ਜਾਂ ਇੱਕ ਨਵਾਂ ਮਾਮਲਾ ਫਿੱਟ ਕਰਕੇ ਉਹਨੂੰ ਇਹੋ ਜਿਹਾ ਉਹਦੇ ਵਿੱਚ ਫਿੱਟ ਕਰੋ ਕਿ ਉਹ ਬੋਲਣ ਜੋਗਾ ਨਾ ਰਹੇ। ਇਹ ਅਕਸਰ ਆਪਾਂ ਦੇਖਿਆ ਬਹੁਤ ਵਾਰੀ, ਇੱਕ ਨਹੀਂ ਇਹਦੀਆਂ ਜਿੰਨੀਆਂ ਮਿਸਾਲਾਂ ਕਹੋ ਉਨੀਆਂ ਦਿੱਤੀਆਂ ਜਾ ਸਕਦੀਆਂ ਨੇ। ਕੈਸੇ ਕੈਸੇ ਲੋਕ ਜਿਹੜੇ ਉਹ ਖਪਾ ਦਿੱਤੇ ਗਏ, ਇਹਦੀਆਂ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਇਹਦੇ ਉੱਤੇ ਗੱਲ ਕਰਨੀ ਹੋਵੇ ਤੇ ਘੰਟਿਆਂ ਬੱਧੀ ਗੱਲ ਕੀਤੀ ਜਾ ਸਕਦੀ ਹੈ ਕਿ ਕਿਵੇਂ ਕਿਹੜੇ ਲੋਕ ਅਸਲੀਅਤ ਸਾਹਮਣੇ ਲਿਆਉਂਦੇ ਚਾਹੁੰਦੇ ਸੀਗੇ। ਜਸਵੰਤ ਸਿੰਘ ਖਾਲੜਾ ਹੋਰਾਂ ਵਰਗੇ, ਗੱਲ ਤਾਂ ਉਹ ਮਨੁੱਖੀ ਅਧਿਕਾਰਾਂ ਦੀ ਸੀ ਨਾ, ਹਿਊਮਨ ਰਾਈਟਸ ਦੀ ਸੀ। ਉਹ ਬਾਅਦ ਦੇ ਵਿੱਚ ਉਹਨਾਂ ਦਾ ਕੀ ਹਸ਼ਰ ਕੀਤਾ ਗਿਆ ਉਹ ਸਭ ਦੇ ਸਾਹਮਣੇ। ਪੰਜਾਬ ਦੇ ਵਿੱਚ ਜਦੋਂ ਇਹ ਡਰੱਗ ਦਾ ਬੋਲਬਾਲਾ ਹੋਣਾ ਸ਼ੁਰੂ ਹੋਇਆ ਤੇ ਇੱਕ ਕੁਝ ਜਿਹੜੇ ਕੇਸ ਸੀਗੇ ਉਹ ਬੜੇ ਚਰਚਿਤ ਹੋਏ। ਇੱਕ ਤਾਂ ਭੋਲਾ ਡਰੱਗ ਮਾਮਲਾ ਬਹੁਤ ਚਰਚਿਤ ਹੋਇਆ ਸੀ। ਜਗਦੀਸ਼ ਭੋਲਾ ਜਿਹੜਾ ਸੀ, ਜਦੋਂ ਉਹਨੇ ਅਦਾਲਤ ਦੇ ਵਿੱਚ ਕੇਸ ਭੁਗਤਣ ਆਏ ਨੇ ਨਾਮ ਲੈ ਦਿੱਤੇ ਕੁਝ ਸਿਆਸਤਦਾਨਾਂ ਦੇ, ਤਾਂ ਉਹ ਮਾਮਲਾ ਬੜਾ ਹਾਈਲਾਈਟ ਹੋ ਗਿਆ, ਬਹੁਤ ਹਾਈਲਾਈਟ ਹੋ ਗਿਆ ਮਾਮਲਾ। ਉਦੋਂ ਬਾਅਦ ਕੁਝ ਇਨਵੈਸਟੀਗੇਸ਼ਨ ਜਿਹੜੀਆਂ ਸੀਗੀਆਂ ਉਹ ਹੋਈਆਂ। ਇੱਕ ਮਾਮਲਾ ਰਾਜਾ ਕੰਦੋਲਾ ਵਾਲਾ, ਆਈਸ ਡਰੱਗ ਦਾ ਜਿਹੜਾ ਮਾਸਟਰ, ਉਹਦਾ ਵੀ ਬਹੁਤ ਚਰਚਿਤ ਹੋਇਆ ਸੀ। ਰਾਜਾ ਕੰਦੋਲਾ ਆਈਸ ਡਰੱਗ ਦੇ ਵਿੱਚ ਉਹ ਮਾਸਟਰਮਾਈਂਡ ਸੀ ਜਿਨੇ ਵਿਦੇਸ਼ਾਂ ਦੇ ਵਿੱਚ, ਜੇ ਇਹ ਕਹਿ ਲਈਏ ਕਿ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦੀਆਂ ਜੜ੍ਹਾਂ ਲਾਈਆਂ ਜਾਂ ਉਹਨਾਂ ਨੂੰ ਇਸ ਪਾਸੇ ਵੱਲ ਲਾਇਆ, ਤੇ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ। ਕਿੰਨੇ ਕੁ ਘਰ ਇਹਨਾਂ ਲੋਕਾਂ ਨੇ ਤਬਾਹ ਕੀਤੇ, ਕੋਈ ਗਿਣਤੀ ਮਿਣਤੀ ਨਹੀਂ। ਇਹਨਾਂ ਦੀ ਇਨਵੈਸਟੀਗੇਸ਼ਨ ਜਿਸ ਬੰਦੇ ਨੇ ਕੀਤੀ ਉਹ ਸਨ ਨਿਰੰਜਨ ਸਿੰਘ ਹੋਰੀ। ਇਮਾਨਦਾਰ ਆਫੀਸਰ ਵਜੋਂ ਜਾਣੇ ਜਾਂਦੇ ਨੇ ਨਿਰੰਜਨ ਸਿੰਘ ਹੋਰੀ, ਜਾਣੇ ਜਾਂਦੇ ਸੀ। ਔਰ ਉਹਨਾਂ ਦੀਆਂ ਜਿੰਨੀਆਂ ਇਨਵੈਸਟੀਗੇਸ਼ਨਸ ਹੋਈਆਂ ਉਹਦੇ ਵਿੱਚ ਇਲਜ਼ਾਮ ਲਾਉਣ ਨੂੰ ਬਿਨਾਂ ਸਿਰ ਪੈਰ ਦੇ ਕੋਈ ਜਿੰਨੇ ਮਰਜ਼ੀ ਇਲਜ਼ਾਮ ਲਾ ਦੇਵੇ, ਰੀਅਲ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਕਿਸੇ ਕਿਸਮ ਦਾ ਸਿੱਧਾ ਦੋਸ਼ ਅੱਜ ਤੱਕ ਲੱਗਿਆ ਨਹੀਂ। ਇੱਥੇ ਪਟਿਆਲੇ ਦੇ ਵਿੱਚ ਅਦਾਲਤ ਦੇ ਵਿੱਚ ਉਹ ਪੇਸ਼ੀ ਦੇ ਮੌਕੇ ਦੇ ਉੱਤੇ ਆਪ ਹਾਜ਼ਰ ਰਹਿੰਦੇ ਸਨ, ਆਪ ਉਹਨਾਂ ਦੇ ਕੋਲੇ ਫਾਈਲਾਂ ਹੁੰਦੀਆਂ ਸੀ। ਅਦਾਲਤ ਦੇ ਵਿੱਚ ਅਦਾਲਤ ਦੀ ਹਰ ਕਾਰਵਾਈ ਨੂੰ ਨੇੜੇ ਤੋਂ ਉਹ ਗੌਰ ਦੇ ਨਾਲ ਵਾਚਦੇ ਤੇ ਨਾਲ ਦੀ ਨਾਲ ਵਕੀਲਾਂ ਨੂੰ ਦੱਸਦੇ ਸੀ ਵੀ ਇਹਦਾ ਹੁਣ ਆਹ ਜਵਾਬ ਦੇਣਾ, ਕਿਉਂਕਿ ਹਰ ਚੀਜ਼ ਦਾ ਸਬੂਤ ਸੀ ਉਹਨਾਂ ਦੇ ਕੋਲੇ। ਕੁਝ ਸਮਾਂ ਪਹਿਲਾਂ ਜਦੋਂ ਇੱਥੇ ਸ਼ੰਭੂ ਬਾਰਡਰ ਦੇ ਕੋਲੋਂ ਤੇ ਰਾਜਪੁਰਾ ਦੇ ਕੋਲੋਂ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਤਾਂ ਇੱਥੇ ਪੱਤਰਕਾਰ ਭਾਈਚਾਰਾ ਐਸਐਸਪੀ ਸਾਹਿਬ ਦੇ ਆਫਿਸ ਪਟਿਆਲੇ ਦੇ ਵਿੱਚ ਇਕੱਤਰ ਸੀਗਾ। ਕੋਈ ਮੈਮੋਰੰਡਮ ਦੇਣ ਜਾਣਾ ਸੀਗਾ ਐਸਐਸਪੀ ਸਾਹਿਬ ਨੂੰ ਉਸ ਵੇਲੇ। ਤਾਂ ਇੱਕਦਮ ਜਿਹੜੀ ਗੱਡੀ ਉਹ ਨਿਰੰਜਨ ਸਿੰਘ ਹੋਰਾਂ ਦੀ ਆਈ। ਇਹ ਪਤਾ ਲੱਗਿਆ ਵੀ ਨਿਰੰਜਨ ਸਿੰਘ ਹੋਰੀ ਉਹਦੇ ਚੋਂ ਉਤਰ ਰਹੇ ਨੇ। ਉਹ ਨਾਲ ਦੀ ਨਾਲ ਐਸਐਸਪੀ ਸਾਹਿਬ ਦੇ ਆਫਿਸ ਚਲੇ ਗਏ, ਬਾਹਰ ਉਡੀਕਦੇ ਰਹੇ। ਇਸ ਪੱਤਰਕਾਰ ਸਾਰੇ ਇਸ ਕਰਕੇ ਕਿ ਉਹ ਕਿਉਂ ਆਏ ਨੇ ਇੱਥੇ, ਕੀ ਰੀਜ਼ਨ ਹੈ। ਉਹ ਜਿੰਨੇ ਚਿਰ ਨੂੰ ਬਾਹਰ ਆਏ ਅੱਧੇ ਪੌਣੇ ਘੰਟੇ ਤੋਂ ਬਾਅਦ ਇਹਨਾਂ ਕੋ ਉਹਨਾਂ ਨੇ ਦੱਸਿਆ ਕਿ ਉਹ ਜਿਹੜਾ ਇੱਥੇ ਸ਼ੰਭੂ ਸਰਹੱਦ ਦੇ ਨੇੜੇ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਤੇ ਰਾਜਪੁਰਾ ਦੇ ਵਿੱਚ ਫੜੀ ਗਈ ਸੀ। ਇਹਨਾਂ ਫੈਕਟਰੀਆਂ ਦੇ ਬਾਰੇ ਦੇ ਵਿੱਚ ਜਿਹੜਾ ਕੇਸ ਸੀਗਾ ਦਰਜ ਹੋਇਆ, ਉਹਦਾ ਵਿਸਥਾਰ ਚਾਹੁੰਦੇ ਸਨ ਪਟਿਆਲੇ ਦੀ ਪੁਲਿਸ ਤੋਂ। ਉਹਨਾਂ ਤੋਂ ਫਾਈਲਾਂ ਉਹ ਲੈਣੀਆਂ ਚਾਹੁੰਦੇ ਸਨ। ਇਸ ਕਰਕੇ ਲੈਣੀਆਂ ਚਾਹੁੰਦੇ ਸੀਗੇ ਜੋ ਪਤਾ ਲੱਗਾ ਕਿ ਇਹਦੇ ਵਿੱਚ ਬਹੁਤ ਸਾਰਾ ਪੈਸਾ ਬਣਾਇਆ ਗਿਆ ਤੇ ਇਹਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਆ ਉਹ ਜਾਂਚ ਕਰਨਾ ਚਾਹੁੰਦੀ ਸੀ ਵੀ ਇਹ ਈਧਰ ਪੈਸਾ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਟ੍ਰਾਂਸਫਰ ਹੋਇਆ, ਇਹ ਇਹਨਾਂ ਦੇ ਕੋਲੇ ਕੋਈ ਜਾਣਕਾਰੀ ਸੀ। ਉਦੋਂ ਮੈਂ ਉਹ ਪੱਤਰਕਾਰਾਂ ਦੇ ਨਾਲ ਜਿਹੜਾ ਜੀ ਉੱਥੇ ਸ਼ਾਮਲ ਸੀ, ਪਰ ਉਹਨਾਂ ਨੂੰ ਉਹ ਫਾਈਲਾਂ ਦਿੱਤੀਆਂ ਨਹੀਂ ਗਈਆਂ। ਇਹ ਕਿਹਾ ਗਿਆ ਕਿ ਉਹ ਮੁੜ ਕੇ ਆਉਣਗੇ। ਤਲਖੀ ਨਹੀਂ ਸੀ ਉਹਨਾਂ ਦੇ ਸੁਭਾਅ ਦੇ ਵਿੱਚ ਕਦੀ ਵੀ ਜਿਹੜੀ ਉਹ ਦਿਸਦੀ, ਜਿੰਨੀ ਦੇਰ ਉਹ ਜੌਬ ਦੇ ਉੱਤੇ ਰਹੇ ਆ। ਉਹਨਾਂ ਨੇ ਕਿਹਾ ਉਹ ਵਾਪਸ ਆਉਣਗੇ, ਫਿਰ ਫਾਈਲਾਂ ਲੈਣ ਆਉਣਗੇ। ਔਰ ਉਹ ਫਾਈਲਾਂ ਦਿੱਤੀਆਂ ਨਹੀਂ ਗਈਆਂ ਉਹਨਾਂ ਨੂੰ ਕਦੀ ਵੀ। ਉਹ ਕਿਉਂ ਨਹੀਂ ਦਿੱਤੀਆਂ ਗਈਆਂ
ਕਿਉਂਕਿ ਉਹਨਾਂ ਫੈਕਟਰੀਆਂ ਦੇ ਪਿੱਛੇ ਪੋਲੀਟੀਸ਼ੀਅਨਾਂ ਦਾ ਨਾਮ ਆਉਂਦਾ, ਸਿਆਸਤਦਾਨਾਂ ਦਾ ਨਾਮ ਬੋਲਦਾ। ਇਸ ਕਰਕੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਬਾ ਲਈਆਂ ਗਈਆਂ ਵੀ ਜੇ ਈਡੀ ਕੋਲੇ ਚਲੇ ਗਈਆਂ, ਖਾਸ ਤੌਰ ਦੇ ਉੱਤੇ ਨਰਿੰਜਨ ਸਿੰਘ ਹੋਰਾਂ ਦੇ ਕੋਲੇ ਚਲੇ ਗਈਆਂ ਤੇ ਫਿਰ ਤਾਂ ਇਹ ਕੰਮ ਖਰਾਬ ਹੋ ਜਾਊਗਾ। ਫਿਰ ਤਾਂ ਇਹ ਪਤਾ ਲੱਗ ਜਾਊਗਾ ਕਿ ਇਹਨਾਂ ਨੇ ਕਿੰਨੇ ਪੈਸੇ ਡਿਊਰਿੰਗ ਲੋਕਡਾਊਨ ਦੇ ਇੱਥੋਂ ਇਹ ਜਿਹੜੀਆਂ ਫੈਕਟਰੀਆਂ ਸੀਗੀਆਂ ਨਕਲੀ ਸ਼ਰਾਬ ਵਾਲੀਆਂ ਉਹਨਾਂ ਦੇ ਰਾਹੀਂ ਬਣਾਏ ਨੇ, ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਕੱਢੇ ਨੇ। ਹੁਣ ਕੀ ਹੋਇਆ, ਨਰਿੰਜਨ ਸਿੰਘ ਹੁਰੀ ਰਿਟਾਇਰ ਹੋ ਗਏ ਆਪਣੀ ਨੌਕਰੀ ਤੋਂ, ਔਰ ਨਰਿੰਜਨ ਸਿੰਘ ਹੁਰੀ ਜਿਹੜੇ ਕਿ ਜੇ ਤੁਹਾਨੂੰ ਯਾਦ ਹੋਵੇ ਤੇ 2014 ਦੇ ਵਿੱਚ ਉਹਨਾਂ ਨੇ ਉਦੋਂ ਜਿਹੜੇ ਸਰਕਾਰ ਦੇ ਵਿੱਚ ਪਾਵਰਫੁਲ ਮੰਤਰੀ ਸਨ ਉਹਨਾਂ ਤੋਂ ਇਨਵੈਸਟੀਗੇਸ਼ਨ ਕੀਤੀ ਸੀ। ਲੰਬਾ ਸਮਾਂ ਜਿਹੜੀ ਚੱਲੀ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਜਲੰਧਰ ਦੇ ਵਿੱਚ। ਫਿਰ ਕੀ ਹੋਇਆ, ਉਹਨਾਂ ਦੀ ਬਦਲੀ ਕਰਵਾ ਦਿੱਤੀ ਗਈ, ਔਰ ਬਦਲੀ ਕਰਵਾਈ ਵੀ ਕੋਲਕਾਤਾ ਦੇ ਵਿੱਚ, ਕਲਕੱਤਾ ਦੇ ਵਿੱਚ। ਐਡੀ ਦੂਰ ਜਿਹੜੀ ਬਦਲੀ ਵੀ ਉਹ ਕਹਿੰਦੇ ਨੇ ਨਾ ਵੀ ਜੇ ਪੰਗਾ ਲਿਆ ਤੇ ਫਿਰ ਚੁੱਕ ਕੇ ਐਡੀ ਦੂਰ ਮਾਰਨਗੇ ਵੀ ਜਿੱਥੋਂ ਆਉਂਦਿਆਂ ਹਫ਼ਤਾ ਲੱਗੂਗਾ। ਇਹ ਅਕਸਰ ਤੁਸੀਂ ਸੁਣੀ ਹੋਣੀ ਆ ਸਿਆਸਤ ਦੇ ਵਿੱਚ ਇਹ ਗੱਲ, ਅਫਸਰਾਂ ਨੂੰ ਧਮਕਾਉਣ ਦੇ ਵਾਸਤੇ। ਇਹ ਉਸੇ ਤਰ੍ਹਾਂ ਦੀ ਧਮਕੀ ਸੀ ਵੀ ਬੰਦਾ ਖਰੀਦਿਆ ਨਹੀਂ ਜਾ ਰਿਹਾ, ਬੰਦਾ ਡਰਦਾ ਨਹੀਂ, ਉਹਨੂੰ ਕਲਕੱਤਾ ਜਿਹੜਾ ਉਹ ਚੁੱਕ ਕੇ ਮਾਰਿਆ। ਉਹਦੇ ਵਿੱਚ ਫਿਰ ਹਾਈ ਕੋਰਟ ਸ਼ਾਮਲ ਹੋ ਗਈ। ਹਾਈ ਕੋਰਟ ਸ਼ਾਮਲ ਇਸ ਕਰਕੇ ਹੋ ਗਈ ਕਿ ਇੱਕ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ, ਇੱਕ ਜਿਹੜੀ ਜਾਂਚ ਚੱਲ ਰਹੀ ਆ, ਉਹਦੇ ਡਿਊਰਿੰਗ ਤੁਸੀਂ ਕਿਸੇ ਅਫਸਰ ਨੂੰ ਇਦਾਂ ਕਿਵੇਂ ਬਦਲ ਸਕਦੇ ਹੋ ਦੂਰ। ਉਹ ਲੰਬਾ ਇੱਕ ਸੰਘਰਸ਼ ਕਰਨ ਤੋਂ ਬਾਅਦ ਉਹ ਬਦਲੀ ਜਿਹੜੀ ਸੀ ਉਹ ਰੁਕ ਗਈ ਤੇ ਉਹਨਾਂ ਨੂੰ ਇੱਥੇ ਦੁਬਾਰਾ ਜਲੰਧਰ ਜਿਹੜਾ ਸੀ ਉਹ ਲਾਤਾ। ਪਰ ਜਲੰਧਰ ਉਹਨਾਂ ਦੀਆਂ ਪਾਵਰਾਂ ਇੱਕ ਕਿਸਮ ਦੇ ਨਾਲ ਜਿਹੜੀਆਂ ਸੀ ਉਹ ਘਟਾ ਦਿੱਤੀਆਂ। ਫਿਰ ਜਾਂ ਤਾਂ ਕੁਝ ਅਫਸਰ ਵਗੈਰਾ ਨਾਲ ਲਾਤੇ ਜਾਂ ਮੈਸੇਜ ਜਿਹੜਾ ਉਹ ਚਲੇ ਗਿਆ। ਹੁਣ ਕੀ ਹੋਇਆ, ਜਦੋਂ ਜਿਹੜੇ ਈਡੀ ਦੇ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨੇ ਨਰਿੰਜਨ ਸਿੰਘ ਹੁਰੀ, ਉਹ ਰਿਟਾਇਰ ਹੁੰਦੇ ਆ, ਜਿਸ ਦਿਨ ਰਿਟਾਇਰਡ ਹੁੰਦੇ ਆ ਉਹ ਜਿਹੜਾ ਉਹ ਇੱਕ ਦਿਨ ਪਹਿਲਾਂ ਉਸੇ ਦਿਨ ਉਹਨਾਂ ਨੂੰ ਚਾਰਜ ਸ਼ੀਟ ਕਰ ਦਿੱਤਾ ਜਾਂਦਾ ਇੱਕ ਕੇਸ ਦੇ ਵਿੱਚ। ਦੋਸ਼ ਕੀ ਲਾਇਆ ਗਿਆ ਕਿ ਉਹ ਕੱਲ ਰਿਟਾਇਰ ਹੋਏ ਆ, ਕੱਲ ਰਿਟਾਇਰ ਹੋਏ, ਨਾਲ ਦੀ ਨਾਲ ਉਹਨਾਂ ਨੂੰ ਚਾਰਜ ਸ਼ੀਟ ਜਿਹੜੀ ਆ ਜੀ ਉਹ ਮਿਲ ਗਈ। ਕਹਿੰਦੇ ਕਿ 2016 ਦੇ ਵਿੱਚ ਉਹਨਾਂ ਨੇ ਆਪਣੀ ਬੇਟੀ ਦਾ ਜਿਹੜਾ ਵਿਆਹ ਕੀਤਾ ਸੀਗਾ, ਉਹਦੇ ਵਿੱਚ ਇੱਕ ਸਿੰਗਰ ਜਿਹੜੇ ਨੇ ਦਲਜੀਤ ਦੋਸਾਂਝ, ਉਹਨੂੰ ਬੁਲਾਇਆ ਸੀ। ਹੁਣ ਚਾਰਜ ਸ਼ੀਟ ਦੇ ਵਿੱਚ ਇਹ ਆਖਿਆ ਗਿਆ ਕਿ ਦਲਜੀਤ ਦੋਸਾਂਝ 40 ਲੱਖ ਰੁਪਈਆ ਲੈਂਦਾ ਇੱਕ ਵਿਆਹ ਦੇ ਉੱਤੇ ਕਿਸੇ ਆਉਣ ਦਾ ਜਾਂ ਅਖਾੜੇ ਦਾ, ਤੇ ਉਹ ਕਹਿੰਦੇ ਵੀ ਉਹਨੇ ਨਰਿੰਜਨ ਸਿੰਘ ਹੋਰਾਂ ਤੋਂ ਸਿਰਫ 2 ਲੱਖ ਰੁਪਈਆ ਜਿਹੜਾ ਦੀ ਉਹ ਲਿਆ। ਇਹ ਕਿਉਂ ਪੈਸੇ ਘੱਟ ਲਏ? ਕਿਉਂਕਿ ਦਲਜੀਤ ਦੋਸਾਂਝ ਦਾ ਇੱਕ ਮਾਮਲਾ ਜਿਹੜਾ ਸੀਗਾ ਉਹ ਚੱਲਦਾ ਸੀਗਾ ਈਡੀ ਦੇ ਕੋਲੇ। ਜਿਹੜੇ ਇਹ ਬਾਹਰੋਂ ਸਿੰਗਰ ਦਾ ਅਕਸਰ ਮਾੜਾ ਮੋਟਾ ਚੱਲਦਾ ਰਹਿੰਦਾ ਵੀ ਜਿਹੜੇ ਬਾਹਰ ਇਹ ਸ਼ੋਅ ਕਰਦੇ ਆ ਉਹ ਪੈਸੇ ਉਹਨੂੰ 2 ਨੰਬਰ 'ਚ ਤਾਂ ਨਹੀਂ ਇੱਥੇ ਲਿਆਉਂਦੇ, ਉਹਨਾਂ ਚੱਕਰਾਂ ਦੇ ਵਿੱਚ। ਉਦੋਂ ਦਲਜੀਤ ਦੋਸਾਂਝ ਨੇ ਆਪਣੇ ਕਾਗਜ਼ ਪੱਤਰ ਦੇ ਦਿੱਤੇ ਸੀ, ਮੁੜ ਕੇ ਉਹ ਕੋਈ ਗੱਲ ਵੀ ਕਿਸੇ ਕਿਸਮ ਦੀ ਸਾਹਮਣੇ ਨਹੀਂ ਆਈ। ਉਂਝ ਵੀ ਦਲਜੀਤ ਦੋਸਾਂਝ ਉਹਨਾਂ ਕਲਾਕਾਰਾਂ ਦੇ ਵਿੱਚੋਂ ਹੈ ਜਿਹੜੇ ਹਾਈ ਟੈਕਸ ਪੇਅਰ ਨੇ। ਜੇ ਕੋਈ ਟੈਕਸ ਪੇ ਕਰ ਰਿਹਾ ਤੇ ਇਟ ਮੀਨਸ ਕਿ ਉਹਦਾ ਪ੍ਰੋਪਰ ਰਿਕਾਰਡ ਵਗੈਰਾ ਰੱਖ ਰਿਹਾ। ਜੇ ਉਦੋਂ ਸੱਦ ਕੇ ਪੁੱਛਿਆ ਗਿਆ ਸੀਗਾ, ਪੁੱਛਣਾ ਕੋਈ ਗੁਨਾਹਗਾਰ ਨਹੀਂ ਹੋ ਜਾਂਦਾ ਉਹਦੇ ਵਿੱਚ, ਉਹਨੇ ਆਪਣੇ ਕਾਗਜ਼ ਪੱਤਰ ਦੇ ਦਿੱਤੇ ਹੋਣਗੇ, ਉਹ ਠੀਕ ਪਾਇਆ ਗਿਆ। ਇਸ ਕਰਕੇ ਇੰਨੇ ਸਾਲ ਜਿਹੜੇ ਹੋ ਗਏ, ਜੇ ਉਹਦੇ ਵਿੱਚ ਕੁਝ ਹੁੰਦਾ ਤੇ ਉਸ ਮਾਮਲੇ ਦੇ ਵਿੱਚ ਕੁਝ ਨਿਕਲਦਾ, ਕੁਝ ਨਹੀਂ ਨਿਕਲਿਆ। ਹੁਣ ਚਾਰਜ ਸ਼ੀਟ ਜਿਹੜਾ ਨਰਿੰਜਨ ਸਿੰਘ ਹੋਰਾਂ ਨੂੰ ਕਰ ਦਿੱਤਾ ਗਿਆ ਕਿ ਉਹਨਾਂ ਨੇ 2 ਲੱਖ ਦੇ ਵਿੱਚ ਦਲਜੀਤ ਦੋਸਾਂਝ ਹੋਰਾਂ ਨੂੰ ਆਪਣੀ ਬੇਟੀ ਦੇ ਵਿਆਹ ਦੇ ਉੱਤੇ ਕਿਵੇਂ ਜਿਹੜਾ ਉਹ ਸੱਦ ਲਿਆ। ਫੈਮਾ ਦੇ ਤਹਿਤ ਜਿਹੜਾ ਸੀਗਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਉਹਦੇ ਤਹਿਤ ਉਦੋਂ ਉਹਨਾਂ ਨੂੰ ਸੱਦਿਆ ਗਿਆ ਸੀਗਾ, ਜਾਂਚ ਕੀਤੀ ਗਈ ਸੀ, ਮਾਮਲਾ ਦਰਜ ਨਹੀਂ ਸੀ। ਜਿਹੜੀ ਸਭ ਤੋਂ ਅਹਿਮ ਗੱਲ ਵੇਖਣ ਵਾਲੀ ਹੈ ਇਹਦੇ ਵਿੱਚ, ਮਾਮਲਾ ਦਰਜ ਨਹੀਂ ਸੀਗਾ। ਇਨਵੈਸਟੀਗੇਸ਼ਨ ਕਿਸੇ ਦੀ ਵੀ ਹੋ ਸਕਦੀ ਹੈ। ਇਨਵੈਸਟੀਗੇਸ਼ਨ ਦਾ ਮਤਲਬ ਇਹ ਨਹੀਂਗਾ ਕਿ ਉਹ ਗੁਨਾਹਗਾਰ ਹੈ। ਜੇ ਗੁਨਾਹਗਾਰ ਹੁੰਦਾ, ਜੇ ਦਲਜੀਤ ਦੋਸਾਂਝ ਨੇ ਕੋਈ ਉਹਦੇ ਵਿੱਚ ਹੇਰਾਫੇਰੀ ਕੀਤੀ ਹੁੰਦੀ ਤੇ ਇੰਨੇ ਸਾਲ ਥੋੜੀ ਲੱਗਣ ਦੇਣੇ ਸੀਗੇ ਈਡੀ ਨੇ, ਜਾਂ ਫੈਮਾ ਦੇ ਤਹਿਤ ਉਹਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਉਲਝਿਆ ਹੁੰਦਾ। ਇਨਵੈਸਟੀਗੇਸ਼ਨ ਕਰਕੇ ਸ਼ਾਇਦ ਉਹ ਸਹੀ ਪਾਇਆ ਗਿਆ ਤੇ ਉਹਨੂੰ ਛੱਡ ਦਿੱਤਾ ਗਿਆ। ਜੇ ਕਿਸੇ ਆਫੀਸਰ ਨੇ ਕਿਸੇ ਕਲਾਕਾਰ ਨੂੰ ਸੱਦ ਲਿਆ ਆਪਣੇ ਬੇਟੀ ਦੇ ਵਿਆਹ ਦੇ ਵਿੱਚ, ਤੇ ਗਲਤ ਵੀ ਉਹਦੇ ਵਿੱਚ ਕੀ ਆ, ਜਿਹੜੇ ਕਲਾਕਾਰ ਨੇ, ਜਿਹੜੇ ਸਿੰਗਰ ਨੇ, ਉਹਨਾਂ ਦੇ ਅਫਸਰਾਂ ਦੇ ਨਾਲ ਅਕਸਰ ਚੰਗੇ ਸੰਬੰਧ ਜਿਹੜੇ ਉਹ ਵੇਖੇ ਜਾਂਦੇ ਆ, ਉਹਨਾਂ ਦੇ ਹੁੰਦੇ ਆ।
ਉਹ ਵੀ ਥੋੜੇ ਬਹੁਤੀ ਰੱਖਣੀ ਚਾਹੁੰਦੇ ਹੁੰਦੇ ਆ ਅਫਸਰਾਂ ਦੇ ਨਾਲ, ਉਹਨਾਂ ਤੋਂ ਘੱਟ ਪੈਸਿਆਂ ਤੇ ਵੀ ਆਉਂਦੇ ਆ, ਪੂਰੇ ਪੈਸਿਆਂ 'ਚ ਨਹੀਂ ਆਉਂਦੇ। ਜੇ ਕੋਈ ਘੱਟ ਪੈਸਿਆਂ ਦੇ ਵਿੱਚ ਲਾਇਆ, ਨਿਰੰਜਨ ਸਿੰਘ ਹੋਰੀ ਕਹਿੰਦੇ ਆ ਕਿ ਜਿਹੜੇ ਮੈਂ ਪੈਸੇ ਦਿੱਤੇ ਸੀਗੇ ਉਹਨੂੰ ਚੈੱਕ ਦੇ ਰੂਪ ਦੇ ਵਿੱਚ ਦਿੱਤੇ ਸੀਗੇ, ਉਹ ਤਾਂ ਉਹਦੇ ਕੋਲੇ ਚੈੱਕ ਗਿਆ ਆ, ਮੈਂ ਕੋਈ ਹੇਰਾ ਫੇਰੀ ਥੋੜੀ ਕੀਤੀ ਆ ਕਿ ਮੈਂ ਉਹਨੂੰ ਪੈਸੇ ਜਿਹੜਾ ਜੀ ਉਹ ਨਹੀਂ ਦਿੱਤੇ। ਉਹ ਕਹਿੰਦੇ ਕਿ ਜਦੋਂ ਉਹਨਾਂ ਦੀ ਬੇਟੀ ਦਾ ਵਿਆਹ ਸੀਗਾ ਤਾਂ ਉਦੋਂ ਉਹਨਾਂ ਦੀ ਟਰਾਂਸਫਰ ਈਵਨ ਹੋ ਚੁੱਕੀ ਹੋਈ ਸੀ ਉਸ ਕੇਸ ਦੇ ਵਿੱਚੋਂ। ਜੇ ਕੇਸ ਮੇਰੇ ਕੋਲੇ ਹੁੰਦਾ ਤੇ ਫਿਰ ਉਹ ਕਹਿੰਦੇ ਕਿ ਮੈਂ ਆਪਣੀ ਬੇਟੀ ਦੇ ਵਿਆਹ ਦੇ ਉੱਤੇ ਦਲਜੀਤ ਦੋਸਾਂਝ ਨੂੰ ਬੁੱਕ ਕਿਉਂ ਕਰਦਾ। ਉਹ ਕਹਿੰਦਾ ਕਿ ਉਹਨਾਂ ਨੂੰ ਨੋਟਿਸ ਮਿਲਿਆ, ਉਹਦਾ ਉਹ ਜਵਾਬ ਜਿਹੜਾ ਉਹ ਦੇਣਗੇ। 6000 ਕਰੋੜ ਰੁਪਏ ਦਾ ਡਰੱਗ ਰੈਕਟ ਸੀਗਾ ਭੋਲਾ ਡਰੱਗ ਮਾਮਲੇ ਦੇ ਵਿੱਚ, ਔਰ ਇਹਦੇ ਵਿੱਚ ਉਹਨਾਂ ਨੇ 400 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਉਹ ਅਟੈਚ ਕਰਵਾਈ ਸੀ ਇਸ ਕੇਸ ਦੇ ਵਿੱਚ। ਇਹ ਬੜਾ ਅਹਿਮ ਕੇਸ ਸੀਗਾ। ਔਰ ਇੱਕ ਰਾਜਾ ਕੰਦੋਲਾ ਡਰੱਗ ਰੈਕਟ ਜਿਹੜਾ ਸੀਗਾ ਉਦੋਂ ਇਹ ਬੜਾ ਆਇਆ ਸੀਗਾ, ਔਰ ਇਹਦਾ ਕੇਸ ਵੀ ਉਹਨਾਂ ਦੇ ਕੋਲੇ ਟਰਾਂਸਫਰ ਜਿਹੜਾ ਉਹ ਕੀਤਾ ਗਿਆ ਸੀ। ਇੰਨੇ ਅਹਿਮ ਕੇਸਾਂ ਦੇ ਵਿੱਚ ਹਾਂ ਇੱਕ ਸਭ ਤੋਂ ਅਹਿਮ ਹਾਈ ਕੋਰਟ ਦੇ ਵਿੱਚ ਜਿਹੜੀਆਂ ਇਨਵੈਸਟੀਗੇਸ਼ਨਸ ਨੇ, ਉੱਥੇ 3 ਇਨਵੈਸਟੀਗੇਸ਼ਨਸ ਪਈਆਂ ਨੇ। ਉਹਦੇ ਵਿੱਚ ਸਭ ਤੋਂ ਅਹਿਮ ਜਿਹੜੀ ਆ ਉਹ ਨਿਰੰਜਨ ਸਿੰਘ ਹੋਰਾਂ ਦੀ ਇਨਵੈਸਟੀਗੇਸ਼ਨ ਹੈ। ਉਹਦੇ ਵਿੱਚ ਕੀ ਆ, ਉਹ ਲਿਫਾਫਾ ਬੰਦ ਹੈ। ਦੂਸਰੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਸਿਧਾਰਥ ਚਟੋਪਾਧਿਆਏ ਹੋਰਾਂ ਦੀ ਹੈ, ਜਿਹੜੇ ਕਿ ਡੀਜੀਪੀ ਨੇ ਪੰਜਾਬ ਦੇ। ਉਹਦੇ ਵਿੱਚ ਕੀ ਆ, ਉਹ ਲਿਫਾਫਾ ਬੰਦ ਹੈ। ਤੀਸਰੀ ਇਨਵੈਸਟੀਗੇਸ਼ਨ ਐਸਟੀਐਫ ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਹੈ, ਉਹਦੇ ਵਿੱਚ ਕੀ ਆ, ਉਹ ਲਿਫਾਫਾ ਬੰਦ ਹੈ। ਨਿਰੰਜਨ ਸਿੰਘ ਹੋਰਾਂ ਦੀ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਹੈ ਉਹ ਸਭ ਤੋਂ ਅਹਿਮ ਹੈ। ਉਹ ਇਸ ਕਰਕੇ ਕਿ 14 ਦੇ ਵਿੱਚ ਉਹਨਾਂ ਨੇ ਭੋਲਾ ਡਰੱਗ ਰੈਕਟ ਤੇ ਇਹ ਰਾਜਾ ਕੰਦੋਲਾ ਡਰੱਗ ਰੈਕਟ ਜਿਹੜਾ ਸੀਗਾ, ਇਹ ਸਾਰਾ ਇਹਦੀ ਇਨਵੈਸਟੀਗੇਸ਼ਨ ਕੀਤੀ ਸੀ। ਜ਼ਰੂਰ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਿਹੜੇ ਉਹ ਸਬੂਤ ਹੋ ਸਕਦੇ ਆ। ਹੁਣ ਇਹ ਨਹੀਂ, ਮੈਂ ਫਿਰ ਕਹੂੰਗਾ ਕਿ ਇਹ ਮਾਮਲਾ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਦਰਜ ਹੋਇਆ। ਇਹਦੇ ਵਿੱਚ ਉਹਨਾਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ, ਉਸ ਨੋਟਿਸ ਦਾ ਉਹ ਕੀ ਜਵਾਬ ਦਿੰਦੇ ਆ। ਪਰ ਜਿਸ ਦਿਨ ਵਿਅਕਤੀ ਕੋਈ ਰਿਟਾਇਰ ਹੋ ਰਿਹਾ, ਉਸੇ ਦਿਨ ਉਹਨੂੰ ਇਦਾਂ ਦਾ ਜਿਹੜਾ ਉਹ ਨੋਟਿਸ ਮਿਲ ਜਾਣਾ, ਇਟ ਮੀਨਸ ਕਿ ਉਹਦੀ ਜਿਹੜੀ ਕੀਤੀ ਗਈ ਨੌਕਰੀ ਆ, ਉਹਦੀ ਜਿਹੜੀ ਕੀਤੀ ਗਈ ਜੌਬ ਹੈ, ਉਹ ਰੜਕੀ ਹੈ। ਉਹ ਰੜਕੀ ਕਿਹਨਾਂ ਨੂੰ ਹੈ? ਜਿਨ੍ਹਾਂ ਨੇ ਇਹ ਕੋਸ਼ਿਸ਼ ਜਿਹੜੀ ਉਹ ਕਰਨੀ ਹੈ ਕਿ ਨਿਰੰਜਨ ਸਿੰਘ ਹੋਰੀ ਹੁਣ ਰਿਟਾਇਰ ਹੋਣ ਤੋਂ ਬਾਅਦ ਉਹ ਨਾ ਹੋਵੇ ਕਿਤੇ ਕੋਈ ਕਿਤਾਬ ਹੀ ਲਿਖ ਦੇਣ, ਜਾਂ ਜਿਹੜੀ ਰਿਪੋਰਟ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਦਿੱਤੀ ਆ ਉਹਦਾ ਕਿਸੇ ਜਗ੍ਹਾ ਦੇ ਉੱਤੇ ਖੁਲਾਸਾ ਨਾ ਜਿਹੜਾ ਉਹ ਕਰ ਦੇਣ। ਜਿੱਥੋਂ ਗੱਲ ਸ਼ੁਰੂ ਹੋਈ ਸੀ ਕਿ ਅਕਸਰ ਆਪਾਂ ਦੋਸ਼ ਦੇ ਦਿੰਦੇ ਆ ਅਫਸਰਾਂ ਦੇ ਉੱਤੇ ਕਿ ਅਫਸਰ ਇਨਵੈਸਟੀਗੇਸ਼ਨ ਜਿਹੜੀ ਉਹ ਨਹੀਂ ਕਰਦੇ, ਪ੍ਰੋਪਰ ਨਹੀਂ ਕਰਦੇ। ਜੇ ਕਰਦੇ ਨੇ ਤੇ ਫਿਰ ਉਹ ਕਰਨ ਨਹੀਂ ਦਿੱਤੀ ਜਾਂਦੀ। ਨਿਰੰਜਨ ਸਿੰਘ ਹੋਰਾਂ ਨੇ ਖੜਕਾ ਕੇ ਆਪਣੀ ਜੌਬ ਜਿਹੜੀ ਆ ਉਹ ਕੀਤੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਆਪਣੀ ਜੌਬ ਜਿਹੜੀ ਆ ਉਹ ਖੜਕਾ ਕੇ ਕੀਤੀ ਹੈ। ਇਸੇ ਕਰਕੇ ਉਹ ਨਿਗਾਹਾਂ ਦੇ ਵਿੱਚ ਨੇ ਤੇ ਉਹ ਨਿਸ਼ਾਨੇ ਦੇ ਉੱਤੇ ਨੇ। ਕਿੰਨਾ ਲੋਕਾਂ ਦੇ, ਸਭ ਨੂੰ ਪਤਾ। ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ।